हाँ जी बेटा, गुड मॉर्निंग। माई सेल्फ संदीप। और बेटा आप जो फर्स्ट चैप्टर है सम बेसिक कॉन्सैप्ट्स ऑफ केमिस्ट्री ਉਹ ਕਰ ਰਹੇ ਹਾਂ। ਤੁਸੀਂ ਜਾਣਦੇ ਬੇਟਾ ਤੁਹਾਨੂੰ ਰੋਜ਼ ਡੇਲੀ ਡੋਜ਼ ਆ ਰਹੀ ਆ ਫਰੋਮ ਦਾ ਡਿਪਾਰਟਮੈਂਟ, ਔਰ ਉਹਦੇ ਵਿੱਚ ਮੈਨੂੰ ਲੱਗਦਾ ਅੱਜ 8th ਅਸਾਈਨਮੈਂਟ ਉਹਦੀ ਆ ਗਈ ਆ। ਆਪਾਂ 3rd 4th 5th ਐਂਡ 6th ਇਹ ਅਸਾਈਨਮੈਂਟਸ ਆਪਾਂ ਕਵਰ ਕਰ ਚੁੱਕੇ ਹਾਂ, ਉਹਦਾ ਸਬਜੈਕਟ ਮੈਟਰ ਵੀ ਕਵਰ ਕਰ ਚੁੱਕੇ ਹਾਂ। ਜੋ ਮੈਂ ਤੁਹਾਨੂੰ ਫਸਟ ਅਸਾਈਨਮੈਂਟ ਆਪ ਬਣਾ ਕੇ ਭੇਜੀ ਸੀ ਉਹਦੇ ਵਿੱਚ ਆਪਣਾ ਟੌਪਿਕ ਬੇਟਾ ਜੋ ਆਪਾਂ ਸਬਜੈਕਟ ਮੈਟਰ ਟੀਚ ਕੀਤਾ ਸੀ ਉਹਦੇ ਅਕੋਰਡਿੰਗਲੀ ਸੀ ਉਹ ਜਿਹੜੀ ਫਸਟ ਅਸਾਈਨਮੈਂਟ ਹੈ। ਬਟ ਜੋ ਸਾਨੂੰ ਡਿਪਾਰਟਮੈਂਟ ਵੱਲੋਂ ਅਸਾਈਨਮੈਂਟ ਆਈ ਹੈ ਨਾ, ਉਹ ਫਸਟ ਅਸਾਈਨਮੈਂਟ ਦੇ ਵਿੱਚ ਇੱਕ ਦੋ ਟੌਪਿਕਸ ਨੇ ਜਿਹੜੇ ਮੈਂ ਫਸਟ ਜੋ ਅਸਾਈਨਮੈਂਟ ਉਹਦੇ ਵਿੱਚ ਕਵਰ ਨਹੀਂ ਕੀਤੇ। ਉਹ ਟੌਪਿਕਸ ਥੋੜ੍ਹੇ ਡਿਫਰੈਂਟ ਸੀ। ਓਕੇ, ਦੈਟਸ ਵਾਈ ਮੈਂ ਸੋਚਿਆ ਸੀ ਚਲੋ ਬਾਅਦ 'ਚ ਕਰਵਾ ਦੂੰਗਾ, ਬਟ ਉਹ ਫਸਟ ਅਸਾਈਨਮੈਂਟ ਜੋ ਡਿਪਾਰਟਮੈਂਟ ਦੀ ਸਾਨੂੰ ਆਈ ਆ ਉਹਦੇ ਵਿੱਚ ਮੈਨਸ਼ਨਡ ਹੈ। ਇੱਕ ਤਾਂ ਹੈਗਾ ਆ ਮੇਜਰਮੈਂਟ ਆਫ ਫਿਜ਼ੀਕਲ ਕੁਆਂਟੀਟੀਜ਼। ਓਕੇ, ਆਪਾਂ ਅੱਜ ਉਹ ਡਿਸਕਸ ਕਰਨਾ। ਉਸ ਤੋਂ ਬਾਅਦ ਇੱਕ ਬੜਾ ਇੰਪੋਰਟੈਂਟ ਟੌਪਿਕ ਹੈ ਸਿਗਨੀਫੀਕੈਂਟ ਫਿਗਰਸ ਦਾ, ਇੱਕ ਆਪਾਂ ਉਹਨੂੰ ਡਿਸਕਸ ਕਰਨਾ। ਠੀਕ ਹੈ, ਇਹ ਦੋ ਬੜੇ ਇੰਪੋਰਟੈਂਟ ਟੌਪਿਕਸ ਨੇ ਜੋ ਤੁਹਾਡੇ ਫਸਟ ਅਸਾਈਨਮੈਂਟ ਦੇ ਵਿੱਚ ਹੀ ਜੋ ਡੇਲੀ ਡੋਜ਼ ਵਾਲੀ ਉਹਦੇ ਵਿੱਚ ਕਵਰ ਕੀਤੇ ਹੋਏ ਆ। ਕਲੀਅਰ? ਸੋ ਆਪਾਂ ਪਹਿਲਾਂ ਕਰੀਏ ਗੱਲ ਮੇਜਰਮੈਂਟ ਆਫ ਫਿਜ਼ੀਕਲ ਕੁਆਂਟੀਟੀਜ਼ ਦੀ। ਸੋ ਬੇਟਾ ਦੇਖੋ, ਸਿੰਪਲ ਗੱਲ ਹੈ ਕਿ ਕੋਈ ਵੀ ਫਿਜ਼ੀਕਲ ਕੁਆਂਟਿਟੀ ਆ ਅਗਰ ਆਪਾਂ ਨੂੰ ਮੇਜਰ ਕਰਨਾ, ਠੀਕ ਹੈ, ਅਗਰ ਆਪਾਂ ਉਹਨੂੰ ਮੇਜਰ ਕਰਨਾ ਤਾਂ ਸਾਨੂੰ ਕੋਈ ਨਾ ਕੋਈ ਇੱਕ ਕੁਆਂਟੀਟੇਟਿਵ ਨੇਚਰ ਹੁੰਦਾ ਫਿਜ਼ੀਕਲ ਕੁਆਂਟੀਟੀਜ਼ ਦਾ ਕਿ ਆਪਾਂ ਨੂੰ ਕੁਆਂਟਿਟੀ ਨੂੰ ਮੇਜਰ ਕਰੀਏ। ਓਕੇ, ਹੁਣ ਕੋਈ ਵੀ ਕੁਆਂਟਿਟੀ ਆ, ਮੈਂ ਗੱਲ ਕਰ ਲੈਣਾ, ਉਹ ਲੈਂਥ ਹੈ। ਓਕੇ, ਬੇਸ਼ੱਕ ਉਹ ਆਪਾਂ ਕਹਿ ਲਈਏ ਡਿਸਟੈਂਸ ਹੈ। ਓਕੇ, ਜਾਂ ਮੈਂ ਕਹਿ ਦਿੰਦਾ ਏਰੀਆ ਹੈ ਜਾਂ ਵੋਲੀਅਮ ਹੈ। ਜਦੋਂ ਵੀ ਬੇਟਾ ਆਪਾਂ ਇਹਨਾਂ ਨੂੰ ਮੇਜਰ ਕਰਨਾ, ਓਕੇ, ਤਾਂ ਇਹ ਕੁਆਂਟੀਟੇਟਿਵ ਇਨ ਨੇਚਰ ਹੈ, ਮਤਲਬ ਕੁਆਂਟਿਟੀ ਸਾਨੂੰ ਰਿਕੁਆਇਰਡ ਹੈ। ਔਰ ਕੋਈ ਵੀ ਕੁਆਂਟੀਟੇਟਿਵ ਆਬਜ਼ਰਵੇਸ਼ਨ ਹੈ ਜਾਂ ਮੇਜਰਮੈਂਟ ਹੈ that is represented by a number followed by a unit. okay, for example मैं कह देना एक रूम है, okay, ਉਹਦੀ ਜਿਹੜੀ ਲੈਂਥ ਹੈ that is 7 meters. clear? so this 7 is a number और जो मीटर है it is a unit. okay, so ਅਗਰ ਆਪਾਂ ਕੋਈ ਵੀ ਕੁਆਂਟਿਟੀ ਮੇਜਰ ਕਰਦੇ ਹਾਂ, ਸਪੋਜ਼ ਤੁਸੀਂ ਕਿਸੇ ਸ਼ਾਪ 'ਤੇ ਜਾਂਦੇ ਆ, ਓਕੇ, ਸ਼ਾਪ 'ਤੇ ਜਾਂਦੇ ਆ, ਤੁਸੀਂ ਕੋਈ ਚੀਜ਼ ਲੈਣੀ ਆ, ਉਹਨੂੰ ਤੁਸੀਂ ਕਹਿੰਦੇ ਆ ਕਿ ਮੰਨ ਲਓ ਭਾਈ ਮੈਨੂੰ ਖੰਡ ਚਾਹੀਦੀ ਆ, ਕਿੱਦਾਂ ਕਹੋਗੇ? ਆਪਾਂ ਨੂੰ ਦੋਨੋਂ ਚੀਜ਼ਾਂ ਦੱਸਣੀਆਂ ਪਊਗੀਆਂ। ਅਗਰ ਆਪਾਂ ਕਹਿੰਦੇ ਆ 1 kg ਸ਼ੂਗਰ ਇਜ਼ ਰਿਕੁਆਇਰਡ, ਤਾਂ ਇੱਦਾਂ ਥੋੜ੍ਹੀ ਕਹੋਗੇ ਇੱਕ ਸ਼ੂਗਰ ਦੇ ਦਿਓ। ਵਟ ਇਜ਼ ਦਾ ਮੀਨ ਆਫ 1, ਹੈ ਨਾ? ਦੈਟ ਇਜ਼ ਜਸਟ ਐ ਨਿਊਮੈਰੀਕਲ ਵੈਲਿਊ। ਸੋ ਮਤਲਬ ਅਗਰ ਆਪਾਂ ਕਿਸੇ ਕੁਆਂਟਿਟੀ ਨੂੰ, ਫਿਜ਼ੀਕਲ ਕੁਆਂਟਿਟੀ ਨੂੰ ਪ੍ਰੋਪਰ ਵੇ ਨਾਲ ਰਿਪਰੈਜ਼ੈਂਟ ਕਰਨਾ ਤਾਂ ਸਾਨੂੰ ਦੋ ਚੀਜ਼ਾਂ ਚਾਹੀਦੀਆਂ ਬੇਟਾ। ਇੱਕ ਸਾਨੂੰ ਨੰਬਰ ਰਿਕੁਆਇਰਡ ਹੈ, ਇੱਕ ਯੂਨਿਟਸ ਰਿਕੁਆਇਰਡ ਹੈ। ਠੀਕ ਹੈ? ਸੋ ਉਹਨਾਂ ਦੋਨਾਂ ਦੇ ਬੇਸ ਦੇ ਉੱਪਰ ਆਪਾਂ ਕਿਸੇ ਫਿਜ਼ੀਕਲ ਕੁਆਂਟਿਟੀ ਬਾਰੇ ਦੱਸ ਸਕਦੇ ਹਾਂ। ਕਲੀਅਰ? ਔਰ ਜੋ ਸਿਸਟਮਸ ਹੈ ਮੇਜਰਮੈਂਟ ਦੇ, ਕੁਛ ਸਿਸਟਮਸ ਬੇਟਾ ਮੇਜਰਮੈਂਟ ਦੇ ਇੰਟਰੋਡਿਊਸ ਕੀਤੇ ਗਏ ਸੀ। ਦੋ ਡਿਫਰੈਂਟ ਸਿਸਟਮ ਹੈ ਮੇਜਰਮੈਂਟ ਦੇ। ਇੱਕ ਇੰਗਲਿਸ਼ ਸਿਸਟਮ ਹੈ, ਠੀਕ ਹੈ, ਮੈਟ੍ਰਿਕ ਸਿਸਟਮ, ਉਹ ਡਿਫਰੈਂਟ ਪਾਰਟ ਆਫ ਵਰਲਡ ਦੇ ਵਿੱਚ ਯੂਜ਼ ਕੀਤਾ ਜਾਂਦਾ ਸੀ। ਔਰ ਜੋ ਮੀਟ੍ਰਿਕ ਸਿਸਟਮ ਹੈ ਦੈਟ ਵਾਜ਼ ਓਰੀਜੀਨੇਟਿਡ ਇਨ ਫਰਾਂਸ। ਓਕੇ, ਸੋ ਇੱਕ ਤਾਂ ਬੜਾ ਪਹਿਲਾਂ ਜਿਹੜਾ ਸਿਸਟਮ ਹੈ ਇਹ ਯੂਜ਼ ਕੀਤਾ ਜਾਂਦਾ ਸੀ, ਇਹ ਓਰੀਜੀਨੇਟ ਹੋਇਆ ਸੀ ਫਰਾਂਸ ਦੇ ਵਿੱਚ। ਕਲੀਅਰ? ਉਸ ਤੋਂ ਬਾਅਦ ਆਪਾਂ ਦੇਖਿਆ ਬੇਟਾ ਕਿ ਜਿਹੜੀਆਂ ਯੂਨਿਟਸ ਹੈ ਮੇਜਰਮੈਂਟ ਦੀਆਂ, ਉਹ ਸਾਰੀਆਂ ਫਿਜ਼ੀਕਲ ਕੁਆਂਟੀਟੀਜ਼ ਨੂੰ ਮੇਜਰ ਕਰਨ ਦੀ ਲੋੜ ਹੈ। ਠੀਕ ਹੈ? ਸੋ ਉਹ ਕੀ ਹੋਊਗੀਆਂ? ਦੈਟ ਐਕਸਪ੍ਰੈਸ ਦਾ ਵੈਲਿਊ ਆਫ ਇਹ ਨੂਮੈਰੀਕਲ, ਇਹ ਨੰਬਰ, ਇਹ ਨੂਮੈਰੀਕਲ ਵੈਲਿਊ ਆਪਾਂ ਜਿਹਨੂੰ ਕਹਿ ਦਾਂਗੇ, ਔਰ ਯੂਨਿਟ। ਕਲੀਅਰ? ਔਰ ਯੂਨਿਟ, ਉਹਨਾਂ ਦੋਨਾਂ ਦੇ ਬੇਸ 'ਤੇ ਆਪਾਂ ਉਹਨੂੰ ਐਕਸਪਲੇਨ ਕਰ ਸਕਦੇ ਹਾਂ। ਠੀਕ ਹੈ? ਇੱਕ ਜਿਹੜਾ ਮੀਟ੍ਰਿਕ ਸਿਸਟਮ ਸੀ ਦੈਟ ਵਾਜ਼ ਇੰਟਰੋਡਿਊਸ ਇਨ 1791 ਬੇਟਾ, ਜਿਹੜਾ
ਇਹ ਸਿਸਟਮ ਸੀ, ਇਹ 1791 ਦੇ ਵਿੱਚ ਇੰਟਰੋਡਿਊਸ ਕੀਤਾ ਗਿਆ ਸੀ। ਇਹਦੇ ਅਕੋਰਡਿੰਗਲੀ ਜਿਹੜੀ ਆ ਮੀਟਰ ਜਿਹੜੀ ਸੀਗੀ ਯੂਨਿਟ ਸੀਗੀ ਦੈਟ ਵਾਜ਼ ਆਫ ਲੈਂਥ, ਓਕੇ। ਮਾਸ ਲਈ ਆਪਾਂ ਕਿਲੋਗ੍ਰਾਮ ਯੂਜ਼ ਕਰਦੇ ਸੀ, ਠੀਕ ਹੈ, ਔਰ ਟਾਈਮ ਦੇ ਲਈ ਅਸੀਂ ਸੈਕਿੰਡ ਯੂਜ਼ ਕਰਦੇ ਸੀ। ਉਹ ਇਹ ਜਿਹੜੀਆਂ 3 ਯੂਨਿਟਸ ਦੀ ਜਿਹੜੀ ਮੈਂ ਗੱਲ ਕਰ ਰਿਹਾ ਉਹਨਾਂ ਨੂੰ ਆਪਾਂ ਕਹਿੰਦੇ ਆ ਬੇਟਾ ਫੰਡਾਮੈਂਟਲ ਯੂਨਿਟਸ। ਆਪਾਂ ਸਟਾਰਟਿੰਗ ਇੱਥੋਂ ਕਰਨੀ ਆ ਫੰਡਾਮੈਂਟਲ ਯੂਨਿਟਸ, ਕਲੀਅਰ। ਅੱਛਾ, ਜਿਹੜੇ ਮੀਟ੍ਰਿਕ ਸਿਸਟਮ ਹੈ ਇਹਦੀ ਗੱਲ ਕੀਤੀ ਆਪਾਂ, ਉਹਦੇ ਵਿੱਚ ਆਪਾਂ ਮੈਂ ਤੁਹਾਨੂੰ ਕੀ ਕਿਹਾ ਕਿ ਆਪਾਂ ਮੀਟ੍ਰਿਕ ਸਿਸਟਮ ਦੇ ਵਿੱਚ ਅਗਰ ਆਪਾਂ ਤਿੰਨੋਂ ਯੂਨਿਟਸ ਦੀ ਗੱਲ ਕਰੀਏ, ਕਿਹਦੀ ਬੇਟਾ, ਇੱਕ ਲੈਂਥ ਦੀ, ਓਕੇ, ਸੈਕਿੰਡ ਆਪਾਂ ਕਹਿੰਦੇ ਆ ਮਾਸ ਦੀ, ਥਰਡ ਆਪਾਂ ਕਹਿੰਦੇ ਆ ਟਾਈਮ ਦੀ। ਇਹਨਾਂ ਤਿੰਨਾਂ ਦੀਆਂ ਇੱਕ ਪਰਟੀਕੂਲਰ ਯੂਨਿਟ ਸੀਗੀਆਂ, ਓਕੇ। ਲੈਂਥ ਨੂੰ ਤੁਹਾਨੂੰ ਮੈਂ ਕੀ ਕਿਹਾ, ਮੀਟਰ, ਮਾਸ ਨੂੰ ਕੀ ਕਿਹਾ, ਕਿਲੋਗ੍ਰਾਮ, ਔਰ ਟਾਈਮ ਨੂੰ ਕਿਹਾ ਸੈਕਿੰਡ। ਦਿਸ ਆਲ ਵਾਜ਼ ਅਕੋਰਡਿੰਗ ਟੂ ਮੈਟ੍ਰਿਕ ਸਿਸਟਮ, ਓਕੇ। ਫਿਰ ਬੇਟਾ ਇੱਕ ਹੋਰ ਸਿਸਟਮ ਇੰਟਰੋਡਿਊਸ ਕੀਤਾ ਗਿਆ ਦੈਟ ਵਾਜ਼ ਨੋਨ ਐਜ਼ SI ਸਿਸਟਮ, ਓਕੇ। SI ਸਿਸਟਮ ਜਿਹੜਾ ਆ ਦੈਟ ਇਜ਼ ਇੰਟਰਨੈਸ਼ਨਲ ਸਿਸਟਮ ਆਫ ਯੂਨਿਟਸ, ਇੰਟਰਨੈਸ਼ਨਲ ਸਿਸਟਮ ਆਫ ਯੂਨਿਟਸ, ਉਹਨੂੰ ਅਸੀਂ ਐਬਰੀਵੇਟ ਕਰਦੇ ਹਾਂ ਵਿਦ SI ਯੂਨਿਟਸ ਕਹਿੰਦੇ ਹਾਂ, ਠੀਕ ਹੈ। ਔਰ ਇਹ ਜਿਹੜਾ ਸਿਸਟਮ ਸੀ ਦੈਟ ਵਾਜ਼ ਅਡੋਪਟਡ ਬਾਈ ਜਨਰਲ ਕਾਨਫਰੰਸ ਆਫ ਵੇਟ ਐਂਡ ਮੇਜਰਸ ਇਨ 1960, ਓਕੇ। ਇਨ 1960 ਇਹ ਜੋ ਜਨਰਲ ਕਾਨਫਰੰਸ ਆਫ ਵੇਟਸ ਐਂਡ ਮੇਜਰਸ, ਇਹਨਾਂ ਨੇ ਇਸ ਸਿਸਟਮ ਨੂੰ ਅਡੋਪਟ ਕੀਤਾ, ਓਕੇ। SI ਇਹ ਵੀ ਬੇਟਾ ਜਿਹੜਾ ਆ ਫਰਾਂਸ ਤੋਂ ਇੰਟਰੋਡਿਊਸ ਹੋਇਆ ਸੀ। ਇਹਦੀ ਫੁੱਲ ਫਾਰਮ ਹੈਗੀ ਆ ਸਿਸਟਮ ਇੰਟਰਨੈਸ਼ਨਲ। ਥੋੜੇ ਸਪੈਲਿੰਗ ਦਾ ਫਰਕ ਹੈ, ਫ੍ਰੈਂਚ ਦੇ ਵਿੱਚ ਥੋੜਾ ਫਰਕ ਹੋ ਜਾਂਦਾ ਬੇਟਾ, ਠੀਕ ਹੈ। ਇਨ ਫਰਾਂਸ ਇਨ ਫ੍ਰੈਂਚ थोड़ी जी इंग्लिश साड़ी चेंज हो जाती है। तो SYSTEME इंटर INTERNATIONALE, ओके। इनू आपां इहदी फुल फॉर्म है, ओके। सो जदों ये सिस्टम इंट्रोड्यूस होया इन्हां ने भी अपने कुछ यूनिट्स देतियां, ओके। पहले आपां गल करिए बेटा फंडामेंटल यूनिट्स की, ओके। तो पहले तो आप 2 सिस्टम की गल कर ली। फंडामेंटल यूनिट किहड़ी है, मैं तुहानूं कहता लेंथ, मास एंड टाइम, ये 3 जिहड़ियां फंडामेंटल यूनिट्स है। अगर फंडामेंटल यूनिट्स की आपां डेफिनेशन की गल करिए कि व्हाट आर फंडामेंटल यूनिट्स, सो दोज यूनिट्स, फंडामेंटल यूनिट्स आपां उन्हां नूं कहांगे दोज यूनिट्स विच कैन neither be derived from one another, एक दूजे तो ड्राइव नहीं कर सकते, ठीक है, nor they can be further resolved into any other unit, okay। ये किहड़ियां यूनिट्स है बेटा, दीज आर लेंथ, ओके, मास एंड टाइम। इन्हां तिन्नां यूनिट्स नूं आपां फंडामेंटल यूनिट्स कहने आ, क्लियर, ओके। सो अगर इस तो अगे चलिए, SI सिस्टम ने बेटा जिहड़ियां ये फंडामेंटल यूनिट्स है उन्हां तो अगे फर्दर, क्योंकि बहुत सारी क्वांटिटीज सी विद फंडामेंटल यूनिट्स वी कांट मेजर दोज यूनिट्स ऑल द क्वांटिटीज, सारी फिजिकल क्वांटिटीज नूं आपां सिर्फ इन्हां तिन्नां फंडामेंटल यूनिट्स नाल एक्सप्रैस नहीं कर पा रहे सी, ओके। सो फिर SI सिस्टम ने बेटा एक होर यूनिट का कॉन्सैप्ट दे दिता दैट आर नोन एज बेसिक यूनिट्स,
ओके बेसिक यूनिट से बेसिक यूनिट है बेटा उन्हां दे विच आपां डिफरेंशिएट कर सकते हैं सारी फिजिकल जिहड़ियां क्वांटिटीज़ की आपां गल करते हैं ठीक है फिजिकल क्वांटिटी अगर आप फिजिकल क्वांटिटी की गल करिए ये आप तीन तो उही हो गई बेटा लेंथ ओके दैन मास टाइम इस तो अलावा कुछ होर यूनिट्स नूं भी बेसिक यूनिट्स दे विच रखिया गया वो किहड़ियां सीगियां लेंथ मास एंड टाइम तो इलावा नैक्सट इज थर्मोडायनैमिक टैंपरेचर जो थोनों बेटा डेली डोज आई हुई है ना ਉਹਦੇ ਵਿੱਚ एक्सप्लेन किया होया इन्हां बारे तुसीं उन्हां दी हैल्प लै सकते हैं नोट्स के रूप दे विच एक यूनिट हो गई बेटा इलैक्ट्रिक करंट ओके दैन लूमिनस इंटेंसिटी and the last one is amount of substance okay so 7 यूनिट्स हो गई हैं जिन्होंने आप लेंथ मास टाइम थर्मोडायनेमिक टैंपरेचर इलैक्ट्रिक करंट लूमिनस इंटेंसिटी एंड अमाउंट ऑफ सबसटेंस इन्हों आप बेसिक यूनिट्स कहते हैं ओके और इन्होंने सारिਆਂ ਦਾ अगर आप सिंबल की गल करिए बेटा इनू आप एल ਨਾਲ मापते हैं ठीक है मास ਨੂੰ ਆਪਾਂ m ਨਾਲ ਮਾਪਦੇ ਹਾਂ ਓਕੇ ਫਿਜ਼ੀਕਲ ਕੁਆਂਟੀਟੀ ਲੈਂਥ ਨੂੰ ਸੌਰੀ ਲੈਂਥ ਨੂੰ ਆਪਾਂ l ਦੇ ਨਾਲ ਮਾਸ ਨੂੰ m ਦੇ ਨਾਲ ਟਾਈਮ ਨੂੰ t ਦੇ ਨਾਲ ਬੇਟਾ ਥਰਮੋਡਾਇਨਾਮਿਕ ਟੈਂਪਰੇਚਰ ਨੂੰ t ਦੇ ਨਾਲ ਕਰੰਟ ਨੂੰ ਆਪਾਂ i ਦੇ ਨਾਲ ਮੇਜਰ ਕਰਦੇ ਹਾਂ ਓਕੇ i ਆਪਾਂ ਉਹਦੀ ਸਿੰਬਲ ਯੂਜ਼ ਕਰਦੇ ਹਾਂ ਕਰੰਟ ਦੇ ਲਈ ਓਕੇ ਦੈਨ ਲੂਮੀਨਸ ਇੰਟੈਂਸਿਟੀ ਨੂੰ ਆਪਾਂ i और सबस्क्रिप्ट के तौर पर वी स्मॉल वी यूज़ करते हैं तो नंबर अमाउंट ऑफ सबसटेंस ਨੂੰ ਅਸੀਂ n ਦੇ ਨਾਲ ਕਰਦੇ ਹਾਂ ਓਕੇ और अगर ਇਹਨਾਂ ਦੀ यूनिट की गल करिए ਤਾਂ ਪਹਿਲਾ ਹੈਗਾ ਲੈਂਥ ਉਹਨੂੰ ਆਪਾਂ ਬੇਟਾ ਮੀਟਰ ਨਾਲ ਮਾਪਦੇ ਹਾਂ ਐਬਰੀਵੇਟਡ ਐਜ਼ m ਇਹਨੂੰ ਆਪਾਂ ਮਾਸ ਨੂੰ ਮਾਪਦੇ ਹਾਂ ਕਿਲੋਗ੍ਰਾਮ ਦੇ ਨਾਲ ਰਿਪਰੈਜ਼ੈਂਟਡ ਬਾਈ kg टाइम ਨੂੰ ਆਪਾਂ ਮਾਪਦੇ ਹਾਂ ਬੇਟਾ ਸੈਕਿੰਡ ਦੇ ਨਾਲ रिप्रजेंटेड बाई एस ओके थर्मोडायनैमिक टैंपरेचर असीं मापते हैं कैलवन के नाल बेटा नॉट सैल्सीयस है याद रखियो इन्हां च आपस रिलेशन है ओके इनू असीं कैलवन के नाल माप लैंदे आ दैन इलैक्ट्रिक करंट इनू आपां मापते हैं पुत्र जी एम्पीयर के नाल ए इहदा सिंबल है ओके लूमिनस इंटेंसिटी नू आपां मापते हैं बेटा कैंडिला के नाल सिंबल इज सी डी और अमाउंट ऑफ सबसटेंस ਨੂੰ ਆਪਾਂ ਮਾਪਦੇ ਹਾਂ ਮੋਲ ਦੇ ਨਾਲ ਇਹਦੇ ਬਾਰੇ ਆਪਾਂ ਡਿਟੇਲ ਚ ਪੜਾਂਗੇ ਕੈਮਿਸਟਰੀ ਚ ਮੇਨ ਆਉਂਦਾ ਮੋਲ ਬਾਰੇ ਓਕੇ ਕਲੀਅਰ ਸੋ ਥੀਸ ਆਰ ਦਾ ਬੇਸਿਕ ਯੂਨਿਟਸ ਕਲੀਅਰ ਸੋ ਸਿੰਪਲ ਗੱਲ ਕਰਦੇ ਹਾਂ ਕਿ ਫਿਜ਼ੀਕਲ ਕੁਆਂਟੀਟੀ ਨੂੰ ਕਿਸੇ ਨਾ ਕਿਸੇ ਯੂਨਿਟ ਦੇ ਵਿੱਚ ਐਕਸਪ੍ਰੈਸ ਕਰਨਾ ਜ਼ਰੂਰੀ ਆ ਓਕੇ ਡਿਫਰੈਂਟ ਸਿਸਟਮ ਆਏ ਪਹਿਲਾਂ ਮੀਟ੍ਰਿਕ ਸਿਸਟਮ ਆਇਆ ਸੀ ਬਟ ਜਿਹੜਾ ਆਪਾਂ ਕਹਿ ਦਿੰਦੇ ਆ ਜਿਹੜਾ ਸਿਸਟਮ ਅੱਜ ਦੀ ਡੇਟ ਵਿੱਚ ਵੀ ਪ੍ਰੋਪਰਲੀ ਚੱਲ ਰਿਹਾ ਜਿਹਦੇ ਬੇਸ ਤੇ ਅਸੀਂ ਮੈਕਸਿਮਮ ਯੂਨਿਟਸ ਨੂੰ ਫਿਜ਼ੀਕਲ ਕੁਆਂਟੀਟੀਜ਼ ਨੂੰ ਯੂਜ਼ ਕਰਦੇ ਹਾਂ ਉਹ ਹੈਗੇ ਆ SI ਸਿਸਟਮ ਔਰ SI ਸਿਸਟਮ ਦੇ ਵਿੱਚ 7 ਜਿਹੜੀਆਂ ਬੇਸਿਕ ਯੂਨਿਟਸ ਹੈ ਓਕੇ ਸੋ ਥੀਸ ਆਰ ਦਾ ਬੇਸਿਕ ਯੂਨਿਟਸ ਇਹਨਾਂ ਦੀ ਬੇਟਾ ਡੈਫੀਨੇਸ਼ਨ ਵੀ ਹੈਗੀ ਆ ਅਗਰ ਤੁਸੀਂ ਆਪਣੇ ਸਿਲੇਬਸ ਦੇਖੋ ਉਹਨੂੰ ਤੁਸੀਂ ਐਸ ਸੱਚ ਯਾਦ ਕਰਨਾ ਜੋ ਤੁਹਾਡੇ ਡੇਲੀ ਡੋਜ਼ ਵਾਲੇ ਨੋਟਸ ਹੈ ਉਹਨਾਂ ਵਿੱਚ ਇਹਦੀਆਂ ਡੈਫੀਨੇਸ਼ਨਸ ਵੀ ਹੈ ਇੱਕ ਟੇਬਲ ਬਣਿਆ ਹੋਇਆ ਬੜੇ ਪ੍ਰੋਪਰ ਵੇ ਦੇ ਨਾਲ ਓਕੇ ਟਰਾਈ ਟੂ ਲਰਨ ਦੋਜ਼ ਡੈਫੀਨੇਸ਼ਨਸ ਜਿੱਦਾਂ ਉਹਦੇ ਵਿੱਚ ਲਿਖਿਆ ਹੋਇਆ ਐਜ਼ ਸੱਚ ਕਲੀਅਰ ਅੱਛਾ ਅੱਗੇ ਜੋ ਆਪਾਂ ਮੈਂ ਗੱਲ ਕਰਨੀ ਚਾਹੁੰਦਾ ਤੁਹਾਡੇ ਨਾਲ ਦੈਟ ਇਜ਼ ਡਰਾਈਵਡ ਯੂਨਿਟਸ ਠੀਕ ਹੈ ਇਹ ਬੇਸਿਕ ਯੂਨਿਟ ਤਾਂ ਹੋ ਗਈਆਂ ਬੇਟਾ ਇਹਨਾਂ ਬੇਸਿਕ ਯੂਨਿਟਸ ਤੋਂ ਇਲਾਵਾ ਆਪਾਂ ਬਹੁਤ ਸਾਰੀਆਂ ਕੁਆਂਟੀਟੀਜ਼ ਇੱਦਾਂ ਦੀਆਂ ਫਿਜ਼ੀਕਲ ਕੁਆਂਟੀਟੀਜ਼ ਜਿਹੜੀਆਂ ਹਜੇ ਵੀ ਐਕਸਪ੍ਰੈਸ ਨਹੀਂ ਹੋ ਰਹੀਆਂ ਓਕੇ ਸੋ ਉਹਨਾਂ ਨੂੰ ਵਿਦ ਦਾ ਹੈਲਪ ਆਫ ਬੇਸਿਕ ਯੂਨਿਟਸ ਓਕੇ ਆਪਾਂ ਡਰਾਈਵ ਕਰ ਸਕਦੇ ਹਾਂ ਓਕੇ ਸੋ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਡਰਾਈਵਡ ਯੂਨਿਟਸ ਸੋ ਬਹੁਤ ਸਾਰੀਆਂ ਫਿਜ਼ੀਕਲ ਕੁਆਂਟੀਟੀਜ਼ ਜਿਹੜੀਆਂ ਆ ਉਹ 7 ਬੇਸਿਕ ਯੂਨਿਟਸ ਤੋਂ ਡਰਾਈਵ ਕੀਤੀਆਂ ਜਾ ਸਕਦੀਆਂ ਇਹਦੀ ਆਪਾਂ ਐਗਜ਼ਾਮਪਲਸ ਕਰਦੇ ਹਾਂ ਕੁਛ ਅਗਰ ਪਹਿਲੀ ਮੈਂ ਗੱਲ ਕਰ ਰਿਹਾ ਵੋਲੀਅਮ ਹੁਣ ਬੱਚਾ ਡਰਾਈਵ ਕਰਨ ਦੇ ਲਈ ਸਾਨੂੰ ਪਤਾ ਹੋਣਾ ਚਾਹੀਦਾ ਪਹਿਲਾਂ ਵਾਟ ਇਜ਼ ਵੋਲੀਅਮ ਵੋਲੀਅਮ ਕੀ ਹੁੰਦਾ ਆਪਾਂ ਪੜ੍ਹਿਆ ਹੋਇਆ ਯੂਨੀਅਰ ਕਲਾਸ ਦੇ ਵਿੱਚ ਲੈਂਥ ਇਨਟੂ ਬ੍ਰੈਡਥ ਇਨਟੂ ਹਾਈਟ
ओके सो लेंथ भी ਜਾਂ ब्रैथ भी ਜਾਂ हाइट है ਇਹਨਾਂ ਤਿੰਨਾਂ ਨੂੰ ਆਪਾਂ ਬੇਟਾ ਕਿਉਂਕਿ ਸੇਮ ਕੁਆਂਟੀਟੀ ਆ ਸੇਮ ਫਿਜ਼ੀਕਲ ਕੁਆਂਟੀਟੀਜ਼ ਆਪਾਂ ਮੀਟਰ ਨਾਲ ਮੇਜਰ ਕਰ ਸਕਦੇ ਹਾਂ ਓਕੇ ਸੋ ਮੀਟਰ ਇੰਟੂ ਮੀਟਰ ਜੋ ਆਪਾਂ ਪਹਿਲਾਂ ਗੱਲ ਕੀਤੀ ਹੈ ਮੀਟਰ ਦੀ ਲੈਂਥ ਦੀ ਸੋ ਇਹਦੀ ਵੋਲੀਅਮ ਦੀ ਯੂਨਿਟ ਕੀ ਹੋ ਗਈ ਮੀਟਰ ਕਿਊਬ ਸੋ ਇਹ ਕੀ ਹੈ ਇਹ ਡਰਾਈਵਡ ਯੂਨਿਟ ਹੈ ਬੇਟਾ ਕਲੀਅਰ ਉਹਦੇ ਲਈ ਸਾਨੂੰ ਯੂਨਿਟ ਦਾ ਫਾਰਮੂਲਾ ਪਤਾ ਹੋਵੇ ਔਰ ਜੋ ਫਾਰਮੂਲੇ ਦੇ ਵਿੱਚ ਅਸੀਂ ਯੂਜ਼ ਕੀਤਾ ਹੋਇਆ ਉਹਨਾਂ ਦੀ ਯੂਨਿਟਸ ਪਤਾ ਹੋਣ ਸੈਕਿੰਡ ਇੱਕ ਹੋਰ ਆਪਾਂ ਕੁਆਂਟੀਟੀ ਕਰਕੇ ਦੇਖਦੇ ਹਾਂ ਏਰੀਆ ਹੁਣ ਏਰੀਆ ਕਿਹਦੇ ਬਰਾਬਰ ਹੁੰਦਾ ਬੇਟਾ ਯੂ ਨੋ ਮੈਥ ਦੇ ਵਿੱਚ ਵੀ ਪੜ੍ਹਦੇ ਹਾਂ ਬੇਟਾ ਲੈਂਥ ਇੰਟੂ ਬ੍ਰੈਡਥ ਓਕੇ ਲੈਂਥ ਇੰਟੂ ਬ੍ਰੈਡਥ ਅਗੇਨ ਐਮ ਇੰਟੂ ਐਮ ਕੀ ਬਣ ਗਿਆ ਬੇਟਾ ਮੀਟਰ ਸਕੁਅਰ ਸੋ ਦਿਸ ਇਜ਼ ਦਾ ਡਰਾਈਵ ਯੂਨਿਟ ਫॉर ਏਰੀਆ ਕਲੀਅਰ ਕੁਛ ਹੋਰ ਤੁਹਾਡੇ ਬੁੱਕ ਦੇ ਵਿੱਚ ਮੈਂਸ਼ਨ ਨੇ ਥਰਡ ਆਪਾਂ ਗੱਲ ਕਰ ਸਕਦੇ ਹਾਂ ਡੈਂਸਿਟੀ ਵਾਟ ਇਜ਼ ਡੈਂਸਿਟੀ ਡੈਂਸਿਟੀ ਹੁੰਦਾ ਬੇਟਾ ਮਾਸ ਆਫ ਸੈਂਪਲ ਜਾਂ ਮਾਸ ਹੀ ਕਹਿ ਲਵਾਂ ਮੈਂ ਮਾਸ ਪਰ ਯੂਨਿਟ ਵੋਲੀਅਮ ਆਫ ਸੈਂਪਲ ਹੁਣ ਮਾਸ ਕੀ ਹੁੰਦਾ ਆਪਾਂ ਯੂਨਿਟ ਕੱਢ ਲਈ ਆ ਮਾਸ ਦੀ ਕੀ ਹੁੰਦੀ ਬੇਟਾ ਕਿਲੋਗ੍ਰਾਮ ਵੋਲੀਅਮ ਦੀ ਯੂਨਿਟ ਆਪਾਂ ਕਰ ਲਈ ਆ ਦੈਟ ਇਜ਼ ਮੀਟਰ ਕਿਊਬ ਹੁਣ ਜਦੋਂ ਮੀਟਰ ਉੱਪਰ ਜਾਣਾ ਬੇਟਾ ਜਿਹੜੀ ਇਹਦੀ ਮੀਟਰ ਕਿਊਬ ਸੀ ਦੈਟ ਬਿਕਮ ਮਾਈਨਸ ਓਕੇ ਸੋ ਇਹ ਕੀ ਹੋ ਗਿਆ ਕਿਲੋਗ੍ਰਾਮ ਪਰ ਮੀਟਰ ਕਿਊਬ ਕਲੀਅਰ ਨੈਕਸਟ फोर्थ क्वांटिटी इज वेलोसिटी ਹੁਣ ਵੈਲੋਸਿਟੀ ਕੀ ਹੁੰਦੀ ਹੈ ਬੇਟਾ ਪੜ੍ਹਿਆ ਤੁਸੀਂ ਇਹ ਵੀ ਚੇਂਜ ਇਨ ਡਿਸਟੈਂਸ ਪਰ ਯੂਨਿਟ ਟਾਈਮ ਚੇਂਜ ਇਨ ਡਿਸਟੈਂਸ ਪਰ ਯੂਨਿਟ ਟਾਈਮ ਹੁਣ ਡਿਸਟੈਂਸ ਕਾਹ 'ਚ ਮਾਪਦੇ ਹਾਂ ਆਪਾਂ ਕਿਲੋਮੀਟਰ ਜਾਂ ਮੀਟਰ ਓਕੇ ਆਪਾਂ ਬੇਸਿਕ ਦੇ ਅਕੋਰਡਿੰਗਲੀ ਗੱਲ ਕਰ ਰਹੇ ਹਾਂ ਤੇ ਉਹਨੂੰ ਆਪਾਂ ਮੀਟਰ 'ਚ ਮਾਪਾਂਗੇ ਟਾਈਮ ਨੂੰ ਕਾਹਦੇ ਵਿੱਚ ਮਾਪਦੇ ਹਾਂ ਬੇਟਾ ਸੈਕਿੰਡ 'ਚ ਸੋ ਇਹ ਕੀ ਬਣ ਗਿਆ ਮੀਟਰ ਪਰ ਸੈਕਿੰਡ ਸੋ ਦਿਸ ਇਜ਼ ਅਗੇਨ ਵਨ ਮੋਰ ਡਰਾਈਵਡ ਯੂਨਿਟਸ ਓਕੇ ਦੈਨ ਅਗਲੀ ਕੁਆਂਟਿਟੀ ਆਪਾਂ ਗੱਲ ਕਰਦੇ ਹਾਂ ਐਕਸਲਰੇਸ਼ਨ एक्सेलरेशन की हुंदा व्हाट इज एक्सेलरेशन इज इक्वल टू वेलोसिटी ओवर टाइम ये फॉर्मूले बेटा 9 ਦੇ ਵਿੱਚ ਵੀ ਹੈਗੇ ਆ 9th ਦੀ ਕਲਾਸ ਦੇ ਵਿੱਚ ਓਕੇ ਹੁਣ ਵੈਲੋਸਿਟੀ ਆਪਾਂ ਉੱਪਰ ਫਾਈਂਡ ਆਊਟ ਕਰਕੇ ਹਟੇ ਆ ਦੈਟ ਇਜ਼ ਮੀਟਰ ਪਰ ਸੈਕਿੰਡ डिवाइडेड बाय अगेन सेकंड ये सेकंड जाके भी माइनस हो गया सो मीटर पर सेकंड स्क्वायर ओके सो दिस इज द यूनिट ऑफ एक्सेलरेशन नैक्सट आप एक होर गल कर लिए बेसिक दैट इज फोर्स फोर्स किहदे बराबर होंदा बेटा मास इंटू एक्सेलरेशन हुण मास काह च मापदे आ किलोग्राम दे विच एक्सेलरेशन काह च मापदे आ मीटर पर सैकेंड स्क्वायर सो की बन गया बेटा सिंपल किलोग्राम मीटर पर सैकेंड स्क्वायर दिस इज द ड्राइव्ड यूनिट फॉर फोर्स इनू आपां बेटा एक न्यूटन भी कह दिंदे आ ओके और एक आप लास्ट दे एक यूनिट में होर ड्राइव कर लीए दैट इज प्रैशर व्हाट इज प्रैशर 7th है प्रैशर की होंदा बेटा फोर्स पर यूनिट एरिया हुण फोर्स काहदे विच मापिया बेटा आपां किलोग्राम मीटर पर सैकेंड स्क्वायर एरिया ਨੂੰ ਕਾਹ 'ਚ ਮਾਪਦੇ ਆ मीटर स्क्वायर सो की हो गया बेटा 1 मीटर ना 1 मीटर कैंसिल हो जाना ये जाके माइनस हो जाएगा ऊपर किलोग्राम पर मीटर पर सैकेंड स्क्वायर ओके सो मीनस ये बेटा आप यूनिट्स बारे आ कि आप इन्हों बेसिक यूनिट्स तो कुछ यूनिट्स ਨੂੰ ਡਰਾਈਵ भी कर सकते उन्होंने आप ड्राइव यूनिट्स कह देंगे ओके ਹੁਣ ਜਿਹੜੀ बेसिक यूनिट्स है ਉਹ ਤਾਂ ਆਪਾਂ ਸਿਰਫ 7 ਦੀ ਗੱਲ ਕੀਤੀ ਹੈ ਨਾ ਔਰ 7 ਯੂਨਿਟਸ ਨਾਲ ਸਾਰੀਆਂ ਦੀਆਂ ਸਾਰੀਆਂ ਫਿਜ਼ੀਕਲ ਕੁਆਂਟੀਟੀਜ਼ ਨੂੰ ਐਕਸਪ੍ਰੈਸ ਨਹੀਂ ਕੀਤਾ ਜਾ ਸਕਦਾ ਇਸੇ ਲਈ ਸਾਨੂੰ ਜਿਹੜੀ ਬੇਟਾ ਡਰਾਈਵ ਯੂਨਿਟ ਦੀ ਵੀ ਲੋੜ ਹੀ ਨਹੀਂ ਹੈਗੀਆਂ ਹੋਰ ਵੀ ਬਹੁਤ ਸਾਰੀਆਂ ਡਰਾਈਵਡ ਯੂਨਿਟਸ ਹੈ ਸੋ ਬੇਸਿਕ ਤੋਂ ਸਟਾਰਟ ਕਰਕੇ ਆਪਾਂ ਬਹੁਤ ਸਾਰੀਆਂ ਯੂਨਿਟਸ ਜਿਹੜੀਆਂ ਆ ਆਪਾਂ ਕੈਮਿਸਟਰੀ ਵਿੱਚ ਯੂਜ਼ ਕਰਦੇ ਹਾਂ ਓਕੇ ਅਗਰ ਆਪਾਂ ਫਿਜ਼ਿਕਸ ਦੀ ਗੱਲ ਕਰੀਏ ਫਿਜ਼ਿਕਸ ਦੇ ਵਿੱਚ ਤਾਂ ਬਹੁਤ ਜ਼ਿਆਦਾ ਵਾਈਡ ਹੈ ਯੂਨਿਟਸ ਦਾ ਜਾਂ ਯੂਨਿਟਸ ਦੀ ਕਨਵਰਜ਼ਨ ਦਾ ਜੋ ਕਨਸੈਪਟ ਹੈ ਠੀਕ ਹੈ ਸਰ ਕੈਮਿਸਟਰੀ ਦੇ ਵਿੱਚ ਫਿਜ਼ਿਕਸ ਨਾਲੋਂ ਘੱਟ ਹੈ ਬਟ ਫਿਰ ਵੀ ਸਾਨੂੰ ਇਹਨਾਂ ਯੂਨਿਟਸ ਬਾਰੇ ਨੌਲੇਜ ਹੋਣੀ ਚਾਹੀਦੀ ਹੈ ਕਲੀਅਰ ਸੋ ਉਸ ਤੋਂ ਇਲਾਵਾ ਬੇਟਾ ਇੱਕ ਤੁਹਾਡੇ ਜੋ ਡੇਲੀ ਡੋਜ਼ ਹੈਗਾ ਆ ਉਹਦੇ ਵਿੱਚ
ਇੱਕ ਚੀਜ਼ ਹੋਰ ਐਕਸਪਲੇਨ ਕਰ ਰਹੇ ਆ ਕਿ ਕੁਝ ਆਪਾਂ SI ਸਿਸਟਮ ਦੇ ਵਿੱਚ ਕੁਝ ਪ੍ਰੀਫਿਕਸਿਸ ਯੂਜ਼ ਕਰਦੇ ਆ ਟੂ ਇੰਡੀਕੇਟ ਦਾ ਮਲਟੀਪਲਸ ਔਰ ਸਬ ਮਲਟੀਪਲਸ ਆਫ ਅ ਯੂਨਿਟ। ਓਕੇ, ਉਹ ਇੱਕ ਟੇਬਲ ਬਣਿਆ ਹੋਇਆ ਤੁਹਾਡੇ ਨੋਟਸ ਦੇ ਵਿੱਚ। ਓਕੇ, ਉਹਨਾਂ ਨੂੰ ਤੁਸੀਂ ਜਸਟ ਦੇਖ ਲਈਓ। ਓਕੇ, ਫੋਰ ਐਗਜ਼ਾਮਪਲ ਜਿੱਦਾਂ ਆਪਾਂ ਗੱਲ ਕਰ ਲੈਂਦੇ ਆ ਨਾ ਕਿ ਇੱਕ ਅਗਰ ਆਪਾਂ ਇੱਕ ਕਿਲੋਮੀਟਰ ਨੂੰ ਮੀਟਰ 'ਚ ਕਨਵਰਟ ਕਰਨਾ, ਇੱਕ ਕਿਲੋਮੀਟਰ ਨੂੰ ਅਗਰ ਮੀਟਰ 'ਚ ਕਨਵਰਟ ਕਰਨਾ ਤਾਂ ਕੀ ਕਰਦੇ ਆਪਾਂ? ਠੀਕ ਹੈ, 1 ਕਿਲੋਮੀਟਰ ਹੈ, ਮੈਂ ਕਹਿ ਰਿਹਾ ਉਹਨੂੰ ਮੀਟਰ 'ਚ ਕਨਵਰਟ ਕਰਨਾ ਤਾਂ ਕਿੰਨੇ ਮੀਟਰ ਹੁੰਦੇ ਕਿਲੋਮੀਟਰ ਦੇ ਵਿੱਚ? 1000 ਮੀਟਰ। ਦੈਟ ਮੀਨ ਇਹਨੂੰ ਆਪਾਂ ਕੀ ਲਿਖ ਸਕਦੇ, ਇਹਨੂੰ ਆਪਾਂ 10 ਦੀ ਪਾਵਰ 3 ਵੀ ਲਿਖ ਸਕਦੇ ਹਾਂ। ਓਕੇ, ਸੋ ਇਦਾਂ ਹੀ ਮਤਲਬ ਇਹ ਆਪਾਂ ਕੁਝ ਪ੍ਰੀਫਿਕਸਿਸ ਯੂਜ਼ ਕਰਦੇ ਹਾਂ ਜਦੋਂ ਆਪਾਂ ਮਲਟੀਪਲਸ ਜਾਂ ਸਬ ਮਲਟੀਪਲਸ ਲੈਂਦੇ ਹਾਂ। ਓਕੇ, ਉਹਨਾਂ ਪ੍ਰੀਫਿਕਸਿਸ ਬਾਰੇ ਤੁਹਾਡੇ ਨੋਟਸ ਦੇ ਵਿੱਚ ਥੋੜ੍ਹਾ ਜਿਹਾ ਕੁਝ ਮੈਂਸ਼ਨਡ ਹੈ, ਸੋ ਉਹਨਾਂ ਨੂੰ ਵੀ ਪਲੀਜ਼ ਆਪਣਾ ਥੋੜ੍ਹਾ ਦੇਖ ਲਈਓ। ਓਕੇ, ਸੋ ਇਹ ਸੀਗਾ ਸਾਡਾ ਬੇਟਾ ਯੂਨਿਟਸ ਬਾਰੇ। ਫਿਰ ਮੈਂ ਹੁਣ ਨੈਕਸਟ ਵੀਡੀਓ ਆਪਾਂ ਇੱਕ ਬਣਾਉਣੇ ਆ, ਉਹਦੇ ਵਿੱਚ ਆਪਾਂ ਕੁਝ ਸਾਇੰਟੀਫਿਕ ਨੋਟੇਸ਼ਨਸ ਬਾਰੇ ਔਰ ਸਿਗਨੀਫੀਕੈਂਟ ਫਿਗਰਸ ਬਾਰੇ ਗੱਲ ਕਰਦੇ ਹਾਂ। ਠੀਕ ਹੈ ਬੇਟਾ, ਸੋ ਇੰਨਾ ਟੌਪਿਕ ਜਿਹੜਾ ਤੁਸੀਂ ਪਹਿਲਾਂ ਉਹਨੂੰ ਸਟੱਡੀ ਕਰੋ, ਆਪਣੀ ਅਸਾਈਨਮੈਂਟ ਨੰਬਰ 1 ਜੋ ਡੇਲੀ ਡੋਜ਼ ਵਾਲੀ ਆ, ਔਰ ਇਹਨੂੰ ਡਿਟੇਲ ਦੇ ਵਿੱਚ ਤੁਸੀਂ ਇੱਕ ਵਾਰ ਦੇਖੋ ਉਹਦੇ ਵਿੱਚੋਂ, ਔਰ ਇਹਦੇ ਨਾਲ ਰਿਲੇਟਡ ਜੋ ਕੁਐਸਚਨਸ ਹੈ ਉਹਨਾਂ ਨੂੰ ਅਟੈਂਪਟ ਕਰਨ ਦੀ ਕੋਸ਼ਿਸ਼ ਕਰੋ। ਬਾਕੀ ਮੈਂ ਉਹ ਤੁਹਾਡੀ ਜਿਹੜੀ ਡੇਲੀ ਡੋਜ਼ ਵਾਲੀ ਅਸਾਈਨਮੈਂਟ ਹੈ, ਫਸਟ ਅਸਾਈਨਮੈਂਟ ਹੈ, ਉਹਦੇ ਕੁਐਸਚਨਸ ਨੂੰ ਵੀ ਆਪਾਂ ਡਿਸਕਸ ਕਰਾਂਗੇ ਜਦੋਂ ਆਪਾਂ ਜ਼ੂਮ 'ਤੇ ਮੀਟਿੰਗ ਲਵਾਂਗੇ। ਠੀਕ ਹੈ ਬੇਟਾ, ਥੈਂਕ ਯੂ, ਹੈਵ ਅ ਨਾਈਸ ਡੇ।